अस्सलाम वालेकुम दोस्तों ਅੱਜ ਅਸੀਂ ਗੱਲ ਕਰਾਂਗੇ ਸਾਰੀ ਪੰਜਾਬੀ ਦੇ ਵਿੱਚ ਹੀ ਵੱਛਾ ਫਾਰਮਿੰਗ ਦੇ ਮੁਤਲਕ ਅਸੀਂ ਸਾਰੀ ਮਾਲੂਮਾਤ ਲਵਾਂਗੇ। ਪਹਿਲਾਂ ਇੱਕ ਅਸਾਂ ਵੀਡੀਓ ਸ਼ੂਟ ਕੀਤੀ ਸੀ ਐਸੇ ਫਾਰਮ ਤੋਂ, ਉਹਦੇ ਵਿੱਚ ਕੁਝ ਅੰਗਰੇਜ਼ੀ ਦੇ ਲਫ਼ਜ਼ ਜ਼ਿਆਦਾ ਬੋਲ ਕਰਤੇ ਸਾਂ ਜਿਹੜੇ ਸਾਡੇ ਭਾਈਆਂ ਨੂੰ ਕੁਝ ਚੰਗੇ ਨਹੀਂ ਸਾਂ ਲੱਗੇ। ਤੇ ਅੱਜ ਅਸੀਂ ਫੁੱਲ ਕੋਸ਼ਿਸ਼ ਕਰਨੀ ਹੈ ਕਿ ਫੁੱਲ ਪੰਜਾਬੀ ਦੇ ਵਿੱਚ ਵੀਡੀਓ ਬਣੇ, ਕਿਉਂਕਿ ਜ਼ਿਆਦਾਤਰ ਲੋਕ ਜਿਹੜੇ ਵੱਛਾ ਫਾਰਮਿੰਗ ਵਿੱਚ ਵੇਖਣਾ ਚਾਹੁੰਦੇ ਨੇ, ਕੱਟਾ ਫਾਰਮਿੰਗ ਵੱਛਾ, ਇਹ ਸਾਰੀਆਂ ਪੰਜਾਬ ਵਾਲੀ ਸਾਈਡ ਤੇ ਹੀ ਦੇਖੀਆਂ ਜਾਂਦੀਆਂ ਨੇ। ਦੂਸਰੀਆਂ ਸਾਈਡਾਂ ਤੇ ਵੀ ਸਾਡੀ ਵੀਡੀਓ ਦੇਖੀ ਜਾਂਦੀ ਹੋਏਗੀ, ਲੇਕਿਨ ਜ਼ਿਆਦਾਤਰ ਕਿਉਂਕਿ ਪੰਜਾਬੀ ਨੇ ਤੇ ਲਿਹਾਜ਼ਾ ਇਹ ਸਪੈਸ਼ਲ ਵੀਡੀਓ ਮੈਂ ਪੰਜਾਬੀਆਂ ਵਾਸਤੇ ਬਣਾਉਣ ਡਿਆ। ਦੀਗਰ ਭਾਈ ਜਿਹੜੇ ਨੇ ਸਿੰਧੀ ਨੇ ਦੂਸਰੇ, ਉਹਨਾਂ ਵਾਸਤੇ ਵੀ ਇਨਸ਼ਾਅੱਲਾ ਜਲਦ ਮਜ਼ੀਦ ਅੱਛੀ ਵੀਡੀਓ ਲੈ ਕੇ ਆਵਾਂਗੇ। ਤੇ ਇਹਦੇ ਚ ਸਾਡੇ ਨਾਲ ਮੌਜੂਦ ਨੇ ਗਜ਼ੰਫਰ ਭਾਈ, ਉਹਨਾਂ ਕੋਲੋਂ ਸਾਰੀ ਮਾਲੂਮਾਤ। ਤੇ ਗਜ਼ੰਫਰ ਭਾਈ ਕੋਲੋਂ ਕੁਝ ਪਹਿਲਾਂ ਵੀ ਵੀਡੀਓ ਸ਼ੂਟ ਕੀਤੀਆਂ ਨੇ ਤੇ ਉਹਨਾਂ ਦਾ ਲਿੰਕ ਮੈਂ ਇਸ ਵੀਡੀਓ ਦੇ ਆਖਿਰ ਤੇ ਦੇ ਦਿਆਂਗਾ। ਅਗਰ ਤੁਸੀਂ ਵੇਖਣੀਆਂ ਚਾਹੋ ਤੇ ਉਹ ਵੀਡੀਓ ਵੀ ਵੇਖ ਸਕਦੇ ਉਸ ਹੋ। ਤੋਂ ਪਹਿਲਾਂ ਇੱਕ ਰਿਕੁਐਸਟ ਕਰਨਾ ਚਾਹਾਂਗਾ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਜਦੋਂ ਵੀ ਨਵੀਆਂ ਵੀਡੀਓ ਆਣ ਤੁਹਾਡੇ ਤੱਕ ਪਹੁੰਚਦੀਆਂ ਰਹਿਣ। ਤੇ ਚਲੋ ਸ਼ੁਰੂ ਕਰਦੇ ਹਾਂ। अस्सलाम वालेकुम गज़ंफर भाई। वालेकुम सलाम। ਕੀ ਹਾਲ ਹੈ ਗਜ਼ੰਫਰ ਭਾਈ, कैसी तबीयत है? अल्लाह दी करम भाई, तुसीं सुनाओ ठीक ठाक? ਜੀ ਸ਼ੁਕਰ ਹੈ ਅੱਲਾ ਦਾ। ਅੱਛਾ ਗਜ਼ੰਫਰ ਭਾਈ, ਪਹਿਲਾਂ ਵੀ ਤੁਹਾਡੇ ਕੋਲ ਆਇਆ ਸਾਂ ਤੇ ਇਹ ਬੱਚਿਆਂ ਦੇ ਬਾਰੇ ਚ ਮਾਲੂਮਾਤ ਲਈ ਸੀ ਤੇ ਕੁਝ ਬੱਚੇ ਰਹਿੰਦੇ ਸਾਂ ਉਦੋਂ ਵਿਕਣ ਵਾਲੇ ਹੀ ਹੈ, ਕੁਝ ਤੇ ਇੱਥੇ ਵੇਚ ਲਏ ਸਾਂ ਵੱਡੀ ਇੱਥੇ ਤੇ ਕੁਝ ਰਹਿੰਦੇ ਸਾਂ। ਤੇ ਉਹ ਕਿੰਨੇ ਉਹਨਾਂ ਚ ਵੇਚ ਲਏ ਨੇ ਤੇ ਕਿੰਨੇ ਹੀ ਬਾਕੀ ਨੇ? ਬਈ ਉਹਨਾਂ ਵਿੱਚੋਂ 10 ਬੱਚੇ ਮੇਰੇ ਕੋਲ ਨੇ ਇਸ ਟਾਈਮ, ਠੀਕ ਹੈ ਨਾ। ਬਾਕੀ ਸਾਰੇ ਸੇਲ ਕਰ ਦਿੱਤੇ ਸਨ। ਸਹੀ। ਬਾਕੀ ਮਜ਼ੀਦ ਸਾਰੇ ਬੱਚੇ ਜਿਹੜੇ ਨੇ ਨਾ ਤੁਹਾਨੂੰ ਨਜ਼ਰ ਆ ਰਹੇ ਨੇ, ਸਾਰੇ ਨਵੇਂ ਲੈ ਕੇ ਆਏ। ਤੇ ਕੈਸੀ ਐਵਰੇਜ ਰਹੀ ਉਹ ਜਿਹੜੇ ਬਾਕੀ ਈਦ ਤੇ ਜਿਹੜੇ ਵਿਕੇ ਸਾਂ ਤੇ ਉਹ ਤੇ ਮਾਸ਼ਾਅੱਲਾ ਅੱਛਾ ਪ੍ਰੋਫਿਟ ਦੇ ਗਏ ਸਾਂ, ਤੇ ਜਿਹੜੇ ਬਾਅਦ ਚ ਵਿਕੇ ਨੇ 10 ਅਗਰ ਤੁਸੀਂ ਰੱਖ ਲੈਣੇ ਮਤਲਬ 20 ਬਾਈ ਵਿਕੇ ਨੇ ਤੁਹਾਡੇ, ਜੀ ਜੀ ਤੇ ਉਹਨਾਂ ਚ ਕਿਹਦਾ ਰਿਹਾ ਐਕਸਪੀਰੀਅੰਸ ਤੁਹਾਡਾ? ਸਹੀ ਵਿਕ ਗਏ ਨੇ ਜਾਂ ਕੋਈ? ਜੀ ਅਲਹਮਦੁਲਿਲਾ ਈਦ ਦੀ ਤਰ੍ਹਾਂ ਤਾਂ ਨਹੀਂ ਵਿਕੇ, ਲੇਕਿਨ ਫਿਰ ਵੀ ਜਿਹੜਾ ਨਾ ਅੱਛਾ ਪ੍ਰੋਫਿਟ ਆਇਆ ਉਹਨਾਂ ਚ ਵੀ, ਅੱਛਾ ਯਾਨੀ ਕਿ ਕੰਮ ਰਿਹਾ ਜੀ। ਅੱਛਾ ਗਜ਼ੰਫਰ ਭਾਈ, ਫਿਰ ਮੇਰਾ ਇੱਕ ਚੱਕਰ ਲੱਗਾ ਸੀ ਤੁਸੀਂ ਆਲੂ ਪਾ ਰਹੇ ਸੀ ਇਹਨਾਂ ਨੂੰ, ਤੇ ਉਹਦੀ ਕੀ ਵਜ੍ਹਾ ਸੀ ਆਲੂ ਪਾਉਣ ਦੀ? ਅਸਲ 'ਚ ਮੈਂ ਇੱਕ ਦੋ ਫਾਰਮ ਤੇ ਗਿਆ, ਉੱਥੇ ਜਾ ਕੇ ਮੈਂ ਚੈੱਕ ਕੀਤਾ, ਉਹ ਆਲੂ ਯੂਜ਼ ਕਰਦੇ ਸਨ ਪਏ, ਤਾਂ ਉਹਨਾਂ ਦੀ ਗਰੋਥ ਜਿਹੜੀ ਅੱਛੀ ਸੀ, ਠੀਕ ਹੈ ਨਾ। ਤੇ ਮੈਂ ਉਸ ਹਿਸਾਬ ਨਾਲ ਮੈਂ ਕਿਹਾ ਚਲੋ ਮੈਂ ਖੁਦ ਐਕਸਪੀਰੀਅੰਸ ਲੈ ਕੇ ਦੇਖਣਾ ਕਿ ਕਿਸ ਤਰ੍ਹਾਂ ਕਿਆ ਕਰਦੇ ਨੇ ਕਿ ਨਹੀਂ ਕਰਦੇ। ਆਲੂਆਂ ਦਾ ਤਜਰਬਾ ਤੇ ਕਾਮਯਾਬ ਹੀ ਰਿਹਾ, ਠੀਕ ਰਿਹਾ, ਠੀਕ ਹੈ। ਲੇਕਿਨ ਅਗਰ ਰੇਟ ਥੱਲੇ ਹੋਏ ਆਲੂਆਂ ਦਾ ਤੇ ਅਗਰ ਰੇਟ ਅਪ ਹੋਏ ਜ਼ਿਆਦਾ ਤਾਂ ਉਹਦਾ ਮਤਲਬ ਹੈ ਵੀ ਕਿ ਫਿਰ ਉਹ ਮੇਰਾ ਖਿਆਲ ਹੈ ਕਿ ਤੁਹਾਨੂੰ ਫਾਇਦਾ ਇੰਨਾ ਨਹੀਂ ਦੇਣਗੇ, ਨੁਕਸਾਨ ਦੀ ਸੂਰਤ 'ਚ। ਅੱਜ ਕੱਲ ਤੁਸੀਂ ਆਲੂ ਨਹੀਂ ਪਾ ਰਹੇ, ਇਹਦੀ ਕੀ ਵਜ੍ਹਾ ਹੈ? ਅੱਜ ਕੱਲ ਆਲੂ ਨਾ ਪਾਉਣ ਦੀ ਇੱਕ ਤਾਂ ਵਜ੍ਹਾ ਹੈ ਵੀ ਕਿ ਮੇਰਾ ਲੌਂਗ ਟਰਮ ਪਲਾਨ ਇਹਨਾਂ ਨੂੰ ਲੈ ਕੇ ਜਾਣ ਦਾ। ਆਫ ਕੋਰਸ ਇਹ 6-7 ਮਹੀਨੇ ਹੈ ਨੇ ਈਦ ਨੂੰ, ਤੇ ਇਸ ਵਜ੍ਹਾ ਤੋਂ ਮੈਂ ਕਹਿ ਰਿਹਾ ਕਿ ਇਹ ਆਲੂ ਨਾ ਯੂਜ਼ ਕੀਤਾ, ਕਿਉਂਕਿ ਆਲੂ ਮੈਕਸਿਮਮ ਜਿਹੜਾ ਫੈਟਰਿੰਗ ਵਾਸਤੇ ਕੀਤਾ ਜਾਂਦਾ ਹੈ, ਜਿਹੜੇ 1.5 ਮਾਹ ਦੇ ਵਿੱਚ ਤਿਆਰ ਕਰਨੇ ਹੁੰਦੇ ਨੇ। 1.5 ਤੋਂ 2 ਮਾਹ ਦੇ ਵਿੱਚ ਅਗਰ ਅਸੀਂ ਆਲੂ ਪਾਉਂਦੇ ਹਾਂ ਤਾਂ ਜਾਨਵਰ ਤਿਆਰ ਹੋ ਜਾਂਦਾ ਹੈ। ਸਹੀ ਹੋ ਗਿਆ ਜੀ। ਫਰੈਂਡਸ, ਅਗਰ ਤੁਸੀਂ ਵੀ ਆਲੂ ਵਾਲਾ ਤਜਰਬਾ ਕਰਨਾ ਚਾਹੁੰਦੇ ਹੋ ਤੇ ਤੁਸੀਂ ਆਖਰੀ ਜਦੋਂ 1.5-2 ਮਹੀਨਾ ਰਹਿ ਜਾਣਾ ਹੈ, ਇਹ ਰਿਕਮੈਂਡ ਕੀਤਾ ਜਾਂਦਾ ਹੈ ਕਿ 1.5-2 ਮਹੀਨੇ ਵਾਸਤੇ ਹੀ ਆਲੂ ਪਾਇਆ ਜਾਏ, ਤੇ ਉਸ ਤੋਂ ਬਾਅਦ ਕੁਰਬਾਨੀ ਵਾਸਤੇ ਜਾਂ ਜ਼ਿਬਾ ਵਾਸਤੇ ਅਗਰ ਫੈਟਨਿੰਗ ਵਾਲੇ ਨੇ ਤੇ ਗੋਸ਼ਤ ਵਾਸਤੇ ਤੁਸੀਂ ਦਿਓ। ਉਸਮਾਨ ਭਾਈ, ਮੈਂ ਤੁਹਾਨੂੰ ਇੱਕ ਗੱਲ ਕਲੀਅਰ ਕਰਦਾ ਜਾਵਾਂ ਕਿ ਜਿਹੜਾ ਆਲੂ ਵਾਲਾ ਸਿਸਟਮ ਹੈ ਨਾ, ਵੈਸੇ ਕੁਰਬਾਨੀ ਵਾਲੇ ਜਾਨਵਰਾਂ ਨੂੰ ਮੈਂ ਕਿਸੇ ਨੂੰ ਪਾਉਂਦਿਆਂ ਨਹੀਂ ਦੇਖਿਆ, ਠੀਕ ਹੈ ਨਾ। ਮੈਂ ਯੂਜ਼ ਕੀਤਾ ਸੀ ਜਿਹੜੇ ਫੈਟਨਿੰਗ ਵਾਸਤੇ ਹੁੰਦੇ ਨੇ ਨਾ, 1.5 ਮਾਹ 'ਚ ਜਿਹੜੇ 3 ਮਾਹ ਦੇ ਤਿਆਰ ਕਰਦੇ ਨੇ ਫੀਡ ਤੇ ਜਾਂਦੇ, ਉਹਨਾਂ ਵਾਸਤੇ ਜਿਹੜਾ ਨਾ ਬੈਨੀਫਿਟ ਰਹਿੰਦਾ ਹੈ। ਅੱਛਾ, ਇਹਦੀ ਕੀ ਵਜ੍ਹਾ ਹੈ ਕਿ ਜਨਾਬ ਈਦ ਵਾਲਿਆਂ ਨੂੰ ਨਾ ਪਾਏ ਜਾਣ ਤੇ ਬਾਕੀ ਜਿਹੜੇ ਫੈਟਨਿੰਗ ਵਾਲੇ ਨੇ ਉਹਨਾਂ ਨੂੰ ਪਾਏ ਜਾਣ? ਇਹਦੀ ਕੀ ਵਜ੍ਹਾ ਹੈ ਖਾਸ? ਬਈ ਮੇਰਾ ਤਜਰਬਾ ਤਾਂ ਨਹੀਂ ਹੈਗਾ ਇਸ ਚੀਜ਼ 'ਚ, ਲੇਕਿਨ ਯਾਨੀ ਕਿ ਆਲੂਆਂ ਦੇ ਵਿੱਚ ਮੈਂ ਕਹਿ ਰਿਹਾ, ਉਹਦੇ ਵਿੱਚ ਇਹ ਹੈ ਕਿ ਮੈਂ ਸੁਣਿਆ ਕਿ ਅਗਰ 1.5 ਮਾਹ ਤੋਂ ਬਾਅਦ ਆਲੂ ਯਾਨੀ ਕਿ ਪਾਈ ਜਾਈਏ ਤਾਂ ਫਿਰ ਇਹਨਾਂ ਨੂੰ ਕੋਈ ਸ਼ਾਇਦ ਕੋਈ ਬਿਮਾਰੀਆਂ ਦਾ ਨਾ ਕੋਈ ਇਸ ਤਰ੍ਹਾਂ ਦਾ ਸਿਸਟਮ ਚੱਲਦਾ ਹੈ, ਜਾਂ ਫਿਰ ਇਹਨਾਂ 'ਚ ਉਹ ਜਿਹੜੀ ਹੈ ਨਾ ਗਰੋਥ ਉਸ ਤੋਂ ਬਾਅਦ ਬਿਲਕੁਲ ਜ਼ੀਰੋ ਹੋ ਜਾਂਦੀ ਹੋਣੀ ਹੈ। ਇੱਕ ਵਾਰੀ ਫੁੱਲ ਗਰੋਥ ਕਰਦੇ ਨੇ, ਉਸ ਤੋਂ ਬਾਅਦ ਫਿਰ ਗਰੋਥ ਖਤਮ ਹੋ ਜਾਂਦੀ ਹੋਣੀ ਹੈ, ਤਾਂ ਯਾਨੀ ਕਿ ਨਹੀਂ। ਕਿਉਂਕਿ ਮੈਂ ਜਿਹਦੇ ਕੋਲ ਮੈਂ ਗਿਆ ਸਾਂ, ਜਿਹਦੇ ਕੋਲ ਮੈਂ ਚੈੱਕ ਕੀਤਾ ਸੀ, ਉਹ ਬੰਦੇ ਨੇ ਮੈਨੂੰ ਆਖਿਆ ਸੀ ਕਿ ਮੈਕਸਿਮਮ ਜਿਹੜਾ ਨਾ ਇਹਨਾਂ ਨੂੰ 1.5 ਤੋਂ 2 ਮਾਹ ਆਲੂ ਪਾਏ ਜਾਣ, ਉਸ ਤੋਂ ਬਾਅਦ ਆਲੂ ਪਾਉਣ ਦਾ ਨੁਕਸਾਨ ਵੀ ਹੋ ਸਕਦਾ ਹੈ। ਹਾਂਜੀ, ਇਹ ਮੇਰੇ ਨਾਲ ਵੀ ਹੋਇਆ ਸੀ ਇੱਕ ਵਾਰ। ਮੈਂ ਮਸ਼ਵਰਾ ਮੰਗਿਆ ਸੀ ਐਜ ਫੇਸਬੁੱਕ ਦੇ ਗਰੁੱਪ ਦੇ ਵਿੱਚ ਵੀ ਮੇਰੇ ਵੀ ਬੱਚੇ ਸੰਚਾਰ ਉਹਨਾਂ ਵਾਸਤੇ, ਤੇ ਉਹਦੇ 'ਚ ਇਹ ਦੱਸਿਆ ਗਿਆ ਸੀ ਕਿ ਆਖਰੀ 1.5-2 ਮਹੀਨਾ ਪਾਏ ਜਾਣ, ਜਦੋਂ ਮਤਲਬ ਪਤਾ ਹੈ ਨਾ ਕਿ ਈਦ ਕਰੀਬ ਆ ਗਈ ਜਾਂ ਜਦੋਂ ਕਸਾਈ ਨੂੰ ਦੇਣੇ ਨੇ, ਉਸ ਤੋਂ 1.5-2 ਮਹੀਨਾ ਆਲੂ ਪਾਏ ਜਾਣ। ਇਸ ਤੋਂ ਜ਼ਿਆਦਾ ਫਿਰ ਨਾ ਜਾਨਵਰ ਰੱਖਿਆ ਜਾਏ ਤੇ ਨਾ ਹੀ ਆਲੂ ਪਾਏ ਜਾਣ ਉਹਨੂੰ ਦੁਬਾਰਾ। ਅੱਛਾ, ਆਲੂ ਪਾਉਣ ਨਾਲ ਕਿੰਨੀ ਕੁ ਫੈਟਨਿੰਗ ਕੋਈ ਕਹਿ ਸਕਦੇ ਹੋ, ਤਜਰਬੇ ਨਾਲ ਦੱਸ ਸਕਦੇ ਹੋ ਵੀ ਕਿੰਨਾ ਕੁ ਫਰਕ ਪਿਆ ਸੀ ਆਲੂ ਨਾਲ? ਆਲੂ ਨਾਲ ਫ਼ਰਕ ਤੇ ਕਾਫੀ ਜ਼ਿਆਦਾ ਪਿਆ ਸੀ। ਮੈਂ ਸਮਝਦਾ ਕਿ ਅਗਰ ਤੁਹਾਨੂੰ 200-250 ਦਾ ਬੈਗ ਮਿਲਦਾ ਹੈ ਨਾ, 250-300 ਤੱਕ ਬੈਗ, ਇੱਕ ਜਿਹੜੀ ਬੋਰੀ ਹੁੰਦੀ ਹੈ, ਅਗਰ ਇੰਨੇ ਦੀ ਮਿਲਦੀ ਹੈ
ਤੇ ਉਹ ਤੁਹਾਨੂੰ ਪ੍ਰੋਫਿਟ 'ਚ ਯਾਨੀ ਕਿ ਪ੍ਰੋਫਿਟ ਦੇਗੀ। ਅਗਰ ਤੁਹਾਡੀ ਬੋਰੀ ਤੁਹਾਨੂੰ ਜਿਵੇਂ ਕਿ ਅੱਜ ਕੱਲ੍ਹ ਮਿਲਦੀ ਹੈ ਵੀ 600 ਦੀ 500 600 ਦੀ, ਤਾਂ ਉਹਦੇ ਵਿੱਚ ਤੁਹਾਨੂੰ ਫਾਇਦਾ ਨਹੀਂ ਫਿਰ ਹੁੰਦਾ। ਸਹੀ। ਤੇ ਤੁਹਾਨੂੰ ਕੀ ਰੇਟ ਔਰ ਮਿਲੇ ਉਹਦੇ ਸੀ? ਵਿੱਚ ਇੱਕ ਹੋਰ ਚੀਜ਼ ਹੈ ਕਿ ਅਗਰ ਤੁਸੀਂ ਆਲੂ ਪਾਣੇ ਨੇ ਤਾਂ ਜਾਨਵਰ ਜਿਹੜਾ ਉਹਦੀ ਸਟਰਕਚਰ ਜਿਹੜਾ ਇੱਕ ਅੱਛਾ ਹੋਣਾ ਚਾਹੀਦਾ ਹੈ। ਯਾਨੀ ਕਿ ਜਿਵੇਂ ਕਮ ਸੇ ਕਮ ਹੈ ਬਲੈਕ ਬੱਚਾ ਜਿਹੜਾ ਹੈ ਨਾ, ਕਮ ਸੇ ਕਮ ਇਤਨਾ ਅਗਰ weight ਹੋਏ ਜਾਂ ਇਸ ਤੋਂ ਥੋੜਾ ਜਿਹਾ ਘੱਟ ਵੀ ਹੋ ਜਾਏ ਕੋਈ ਮਸਲਾ ਨਹੀਂ। ਯਾਨੀ ਕਿ 40,000 ਪਲੱਸ ਜਿਹੜਾ ਨਾ 40,000 ਪਲੱਸ ਜਿਹੜਾ ਨਾ ਕਮ ਸੇ ਕਮ ਤੁਹਾਡਾ ਹੋਣਾ ਚਾਹੀਦਾ ਹੈ। ਯਾਨੀ ਕਿ weight ਹੋਣਾ ਇੰਨੇ ਕੁ ਤਾਂ ਜਾਨਵਰ ਹੋਣਾ ਚਾਹੀਦਾ। ਫਿਰ ਉਹਨੂੰ ਆਲੂ ਪਾਏ ਜਾਣ, ਛੋਟੇ ਨੂੰ ਆਲੂ ਨਾ ਪਾਏ ਜਾਣ। ਹਾਂ, ਛੋਟੇ ਨੂੰ ਆਲੂ ਨਾ ਪਾਏ ਜਾਣ। ਠੀਕ ਹੋ ਗਿਆ ਜੀ। ਅੱਛਾ ਇਹ ਦੱਸਿਓ ਕਿ ਤੁਹਾਨੂੰ ਆਲੂ ਕੀ ਰੇਟ ਪਿਆ ਸੀ ਉਦੋਂ? ਮੈਨੂੰ ਉਦੋਂ ਸਟਾਰਟਿੰਗ ਤੋਂ ਤਾਂ ਮੈਂ 800 ਤੋਂ ਵੀ ਬੋਰੀ ਲੈ ਕੇ ਆਇਆ ਸਾਂ। ਠੀਕ ਹੈ ਨਾ। ਉਸ ਤੋਂ ਬਾਅਦ ਫਿਰ ਮੈਂ ਯੂਜ਼ ਕਰਦਾ ਗਿਆ, ਵਿੱਚ ਉਹ ਵੀ ਸਨ ਜਿਹੜੀਆਂ 350 400 ਦੀ ਮੈਨੂੰ ਮਿਲੀ, 300 ਦੀਆਂ ਵਿੱਚ ਬਾਅਦ 'ਚ ਮਿਲੀਆਂ ਨੇ ਕੁਛ। ਲੇਕਿਨ ਤੁਸੀਂ ਦੱਸ ਰਹੇ ਹੋ ਕਿ 200 250 300 ਤੱਕ ਮਿਲ ਜਾਂਦੀ ਹੈ ਜਦੋਂ ਇਹ ਦੂਸਰਾ ਲੋਕਾਂ ਨੇ ਬੀਮ ਵਾਸਤੇ ਰੱਖਿਆ ਹੁੰਦਾ ਹੈ ਸਟੋਰਾਂ ਦੇ ਵਿੱਚ। ਤੇ ਬਾਅਦ 'ਚੋਂ ਅਗਰ ਯਾਨੀ ਕਿ ਜਦੋਂ ਸਟੋਰਾਂ 'ਚ ਜ਼ਿਆਦਾ ਹੋ ਜਾਂਦਾ ਮਾਲ, ਲੋਕੀ ਲਗਾਉਂਦੇ ਨਹੀਂ, ਲੈ ਕੇ ਨਹੀਂ ਆਉਂਦੇ, ਕਢਵਾਉਂਦੇ ਨਹੀਂ, ਤਾਂ ਫਿਰ ਜਿਹੜਾ ਨਾ 200-250 ਤੋਂ ਵੀ ਮਿਲ ਜਾਂਦਾ। ਯਾਨੀ ਸੀਜ਼ਨ 'ਚ ਸਸਤੇ ਮਿਲ ਜਾਂਦੇ ਨੇ। ਹਾਂ, ਜਦੋਂ ਮੈਂ ਲੈਣ ਗਿਆ ਸਾਂ ਮੈਨੂੰ ਬੰਦੇ ਦੱਸਿਆ ਸੀ ਉੱਥੇ ਜਿਹੜੇ ਆਏ ਸਨ, ਕਹਿੰਦੇ ਸਨ ਇਸ ਤੋਂ ਪਿੱਛੇ ਤਾਂ ਬੜਾ ਸਸਤਾ ਰਿਹਾ, ਆਲੂ 200 ਤੋਂ ਵੀ ਮਿਲਦਾ ਰਿਹਾ। ਮੈਂ ਉਹ ਹਿਸਾਬ ਨਾਲ ਕਹਿ ਰਿਹਾ ਜੀ ਦੋਸਤੋ, ਕਿਉਂਕਿ ਜਦੋਂ ਦੇਖੋ ਸੀਜ਼ਨ ਹੋਵੇ ਉਦੋਂ ਤੁਸੀਂ ਆਲੂ ਲੈ ਲੈਣਾ। ਹਾਂਜੀ, ਕੀ ਦੱਸਣ ਲੱਗੇ ਸੋ? ਮੈਂ ਕਹਿ ਲਗਾ ਸਾਂ ਕਿ ਅਗਰ ਜਾਨਵਰ ਇੱਕ ਜਾਨਵਰ ਜਿਹੜਾ 35 ਤੋਂ 40 kg ਜਿਹੜਾ ਨਾ ਆਲੂ ਖਾਤਾ ਹੈ ਪਰ ਡੇ, ਅਗਰ 35 ਤੋਂ 40 kg ਖਾਏ ਤੇ ਉਹ ਹਿਸਾਬ ਨਾਲ ਕੈਲਕੂਲੇਸ਼ਨ ਕਰੀਏ ਤੇ ਉਹ ਖੁਦ ਕੋਈ ਵੀ ਜਿਹੜਾ ਵੀਵਰ ਜਿਹੜਾ ਯਾਨੀ ਕਿ ਇਸ ਚੀਜ਼ ਨੂੰ ਤਜਰਬਾ ਕਰਨਾ ਚਾਹ ਰਿਹਾ ਉਹ ਕੈਲਕੂਲੇਸ਼ਨ ਕਰ ਸਕਦਾ ਹੈ ਕਿ ਜਿਹੜਾ ਜਾਨਵਰ ਹੈ ਨਾ 3 ਮੰਥ ਤੱਕ 3-4 ਮੰਥ ਤੱਕ ਉਹ ਜਾਨਵਰ ਜਿਹੜਾ ਕਮ ਸੇ ਕਮ 35 ਤੋਂ 40 ਕਿਲੋ ਜਿਹੜਾ ਨਾ ਪਰ ਡੇ ਆਲੂ ਖਾਏਗਾ। ਸਹੀ। ਠੀਕ ਹੈ। ਅਗਰ ਉਹ ਡੇਲੀ ਦਾ 40 kg 35 kg ਦਾ ਆਲੂ ਖਾਂਦਾ ਹੈ, ਉਹਨੂੰ ਮਲਟੀਪਲੀਕੇਸ਼ਨ ਕਰਕੇ ਉਹ ਬੰਦਾ ਹਿਸਾਬ ਲਗਾ ਸਕਦਾ ਕਿ ਇੰਨਾ ਜਾਨਵਰ ਜਿਹੜਾ ਨਾ ਡੇਲੀ ਦੇ ਸਾਡੇ ਆਲੂ ਖਾਏਗਾ ਔਰ ਸਾਨੂੰ ਐਟ ਦੀ ਐਂਡ ਦਾ ਕੀ ਉਹ ਬਾਕੀ weight ਉਹਦਾ ਨਿਕਾਲ ਸਕਦਾ ਹੈ। ਫਰਜ਼ ਕਰੋ ਅਗਰ 200 ਦਾ ਅਗਰ ਜਾਨਵਰ ਇੱਕ ਆਲੂ ਖਾਂਦਾ ਹੈ ਤਾਂ ਉਹਦਾ weight ਨਿਕਾਲ ਲੈਣ, ਅਗਰ ਤੇ 200 ਤੋਂ ਜ਼ਿਆਦਾ ਵੱਧ ਰਿਹਾ ਤੇ ਇਹਦਾ ਮਤਲਬ ਪ੍ਰੋਫਿਟੇਬਲ, ਅਗਰ ਨਹੀਂ ਵੱਧ ਰਿਹਾ ਤਾਂ ਰੋਕ ਦੇ, ਨਾ ਯੂਜ਼ ਕਰਨ। ਅੱਛਾ ਜ਼ੰਫਰ ਭਾਈ, ਇਹਨਾਂ ਦੀ ਫੀਡ ਦੇ ਬਾਰੇ 'ਚ ਵੀ ਦੱਸ ਦਿਓ ਹੁਣ, ਕਿਉਂਕਿ ਪਹਿਲਾਂ ਵੀ ਤੁਸੀਂ ਦੱਸਿਆ ਸੀ ਲੇਕਿਨ ਉਹ ਉਦੋਂ ਦੇ ਹਿਸਾਬ ਨਾਲ ਸੀ। ਹੁਣ ਕਿਹੜੀ ਫੀਡ ਦੇ ਰਹੇ ਹੋ ਤੇ ਕੀ ਹਿਸਾਬ ਨਾਲ ਦੇ ਰਹੇ ਹੋ ਇਹਨੂੰ? ਬਈ ਫੀਡ ਤੁਹਾਨੂੰ ਜਿਵੇਂ ਕਿ ਪਹਿਲੇ ਦੱਸਿਆ ਹੋਇਆ ਕਿ ਅਸੀਂ ਆਪਣੀ ਤਿਆਰ ਕਰਨੀ ਹੈ। ਠੀਕ ਹੈ ਨਾ। ਛੋਟਾ ਜਿਹਾ ਇੱਕ ਪਲਾਨ ਲਗਾਇਆ ਹੈ ਤੇ ਉਹਦੇ ਵਿੱਚ ਹੈ ਕਿ ਇਹਨਾਂ ਨੂੰ ਤਕਰੀਬਨ 1.5 ਕਿਲੋ ਜਿਹੜਾ ਨਾ ਫਿਲਹਾਲ ਮੈਂ ਯੂਜ਼ ਕਰਨ ਡਿਆ ਇਹਨਾਂ ਨੂੰ ਫੀਡ। ਤੇ ਬਸ 5-7 ਦਿਨ ਤੱਕ ਇਹਨਾਂ ਨੂੰ ਸਹੀ ਤਰੀਕੇ ਪ੍ਰੋਪਰ ਜਿਹੜਾ ਨਾ 2 ਤੋਂ 3 ਕਿਲੋ ਜਿਹੜੀ ਫੀਡ ਮੈਂ ਕਰਨ ਦਾ ਮੇਰਾ ਜ਼ਹਨ ਹੈ ਕਿ ਇਹਨਾਂ ਨੂੰ ਪਰ ਡੇ ਜਿਹੜਾ ਨਾ ਤਕਰੀਬਨ 2.5-3 ਕਿਲੋ ਜਿਹੜੀ ਨਾ ਫੀਡ ਮੈਂ ਦਾ, ਤੇ ਬਾਕੀ ਉਹ ਦੂਸਰਾ ਥੋੜਾ ਜਿਹਾ ਵਿਸਵਸ ਚਾਰਾ ਹੀ ਯੂਜ਼ ਕਰਨੇ ਪਏ ਨਾਲ ਉਹ ਜਿਹੜਾ ਪਰਾਲੀ ਸ਼ਰਾਲੀ ਜੋ ਵੀ ਸਿਸਟਮ ਸੁੱਕੇਗਾ ਜੀ। ਪਰਾਲੀ ਇੱਧਰ ਮਿਲ ਜਾਂਦੀ ਸਾਡੇ ਇਲਾਕੇ 'ਚ, ਕਈਆਂ ਇਲਾਕਿਆਂ 'ਚ ਨਹੀਂ ਮਿਲਦੀ, ਲੇਕਿਨ ਉੱਥੇ ਤੂੜੀ ਵਾਫਰ ਮਿਕਦਾਰ 'ਚ ਹੁੰਦੀ। ਤੂੜੀ ਤੇ ਬੈਸਟ ਹੈ ਨਾ। ਅਗਰ ਤੂੜੀ ਹੈ ਵੇ ਤੇ ਉਹਦੇ ਵਰਗੀ ਤੇ ਪਰਾਲੀ ਤੇ ਵੈਸੇ ਬਸ ਇੱਕ ਉਹ ਕੀ ਕਹਿੰਦੇ ਨੇ ਟਾਈਮ ਨਿਗਾਉਣ ਵਾਲੀ ਗੱਲ ਹੈ। ਕੁਝ ਲੋਕ ਨਹੀਂ ਸਮਝਦੇ, ਕਮੈਂਟ 'ਚ ਪੁੱਛਦੇ ਨੇ ਵੀ ਤੂੜੀ ਕੀ ਚੀਜ਼ ਹੈ ਜੀ। ਤੂੜੀ ਤੁਸੀਂ ਉਹਨਾਂ ਨੂੰ ਯਾਨੀ ਕਿ ਅਸੀਂ ਦੱਸ ਸਕਦੇ ਹਾਂ ਕਿ ਜਿਹੜੀ ਗੰਦਮ ਹੁੰਦੀ ਹੈ ਜਦੋਂ ਇਹ ਕਟਾਈ ਹੁੰਦੀ ਹੈ, ਬਾਕੀ ਜਿਹੜਾ ਉਹਦਾ ਥੱਲੇ ਯਾਨੀ ਕਿ ਹੁੰਦਾ ਦੂਸਰਾ ਤਣਾ ਹੁੰਦਾ ਉਹਦੀ ਤੂੜੀ ਬਣ ਜਾਂਦੀ ਹੈ। ਹਾਂਜੀ, ਗੰਦਮ ਦੇ ਪੌਦੇ ਦਾ ਜਿਹੜਾ ਤਣਾ ਹੁੰਦਾ ਹੈ ਉਹਦਾ ਚੂਰਾ ਜਿਹਾ ਤਿਆਰ ਕੀਤਾ ਜਾਂਦਾ ਹੈ, ਉਹਨੂੰ ਜਿਹੜੇ ਨਾ ਤੂੜੀ ਕਹਿੰਦੇ ਨੇ। ਜਿਹੜੇ ਸਵਾਲ ਕਰਦੇ ਹਨ ਤੂੜੀ ਦੇ ਬਾਰੇ 'ਚ ਉਹਨਾਂ ਨੂੰ ਸਮਝ ਆ ਗਿਆ ਹੋਵੇਗਾ। ਅੱਛਾ, ਜਿਹੜੀ ਫੀਡ ਪਾ ਰਹੇ ਹੋ ਉਹਦੇ 'ਚ ਕੀ ਮਿਕਸ ਕਰ ਰਹੇ ਹੋ? ਬਈ ਉਹਦੇ ਵਿੱਚ ਤਕਰੀਬਨ 12-13 ਚੀਜ਼ਾਂ ਅਸੀਂ ਯੂਜ਼ ਕਰਨੇ ਆ। ਸੋਇਆਬੀਨ ਹੁੰਦਾ ਹੈ, ਕਨੋਲਾ ਮੀਲ, ਰਾਈਸ ਪਾਲਿਸ਼ ਹੈ, ਮਕਈ ਹੈ, ਗੰਦਮ ਦਾ ਦਲੀਆ ਕਰੀਦਾ ਕੁਛ। ਉਸ ਤੋਂ ਬਾਅਦ ਬਈ ਉਹਦੇ 'ਚ ਪਾਮ ਕਰਨਲ ਕੁਛ ਯੂਜ਼ ਕਰੀਦਾ, ਮਿਨਰਲ ਨੇ 2 ਉਹ ਕਰੀਦੇ ਨੇ, DCP ਕਰੀਦਾ, ਸ਼ੀਰਾ ਕਰੀਦਾ। ਉਸ ਤੋਂ ਬਾਅਦ ਮੇਜ਼ ਗਲੂਟਨ ਕਰੀਦਾ। ਠੀਕ ਹੈ ਨਾ। ਤੇ ਇਹਦੇ 'ਚ ਕੀ ਰਿਕਮੈਂਡ ਕਰੋਗੇ? ਫੀਡ ਆਪਣੀ ਤਿਆਰ ਕਰਕੇ ਪਾਣੀ ਚਾਹੀਦੀ ਜਾਂ ਬਾਜ਼ਾਰ 'ਚੋਂ ਲੈ ਕੇ? ਬਈ ਯਕੀਨਨ ਆਪਣੀ ਫੀਡ ਤਿਆਰ ਕਰਕੇ ਪਾਣੀ ਚਾਹੀਦੀ, ਕਿਉਂਕਿ ਮੈਂ ਪਹਿਲੇ ਇੱਕ ਕੰਪਨੀ ਕਿਸੇ ਦੂਸਰੀ ਦੀ ਫੀਡ ਯੂਜ਼ ਕਰਦਾ ਰਿਹਾ ਤੇ ਮੈਨੂੰ ਉਹਦਾ ਉਤਨਾ ਯਾਨੀ ਕਿ ਗਰੋਥ ਉਹਦੀ ਰੇਟ ਨਹੀਂ ਸੀ ਯਾਨੀ ਕਿ ਜਾਨਵਰਾਂ ਦਾ, ਜਿਤਨਾ ਫਿਰ ਮੈਂ ਆਪਣੀ ਫੀਡ ਤਿਆਰ ਕਰਕੇ ਤੇ ਕਰਦਾ ਰਿਹਾ। ਬਾਕੀ ਐਵੇਂ ਕਿ ਜਦੋਂ ਬੰਦਾ ਆਪਣੀ ਫੀਡ ਤਿਆਰ ਕਰਦਾ ਯਕੀਨਨ ਉਹਦੇ ਵਿੱਚ ਹਰ ਚੀਜ਼ ਜਿਹੜੀ ਨਾ ਖਾਲਸ ਹੁੰਦੀ ਹੈ। ਠੀਕ ਹੈ ਨਾ। ਇੱਕ ਰੇਸ਼ੋ ਦੇ ਨਾਲ ਅੱਛੀ ਅਗਰ ਤਿਆਰ ਕੀਤੀ ਜਾਏ ਤੇ ਉਹ ਡਬਲ ਫਾਇਦਾ ਦਿੰਦੀ ਹੈ ਮਾਰਕੀਟ ਦੀ ਫੀਡ ਨਾਲੋਂ। ਸਹੀ ਹੋ ਗਿਆ। ਅੱਛਾ ਜ਼ੰਫਰ ਭਾਈ, ਤੁਹਾਡੇ ਕੋਲ ਤੇ ਆਪਣਾ ਪਲਾਂਟ ਲੱਗਿਆ, ਤੁਸੀਂ ਫੀਡ ਤਿਆਰ ਕਰ ਲੈਂਦੇ ਹੋ, ਤੇ ਜਿਨ੍ਹਾਂ ਕੋਲ ਪਲਾਂਟ ਨਹੀਂ ਹੈ ਉਹਨਾਂ ਨੂੰ ਕੀ ਯਾਨੀ ਉਹ ਦਲੀਆ ਵਗੈਰਾ ਬਣਵਾ ਲੈਣ, ਮਕਈ ਦਾ ਦਲੀਆ
ਤੇ ਗੰਦਮ ਦਾ ਜੀ ਦਲੀਆ। ਬਈ ਜਿਹੜਾ ਦਲੀਆ ਕਰਨ ਦੀ ਜ਼ਰੂਰਤ ਉਹ ਦਲੀਆ ਕਰਕੇ, ਬਾਕੀ ਅਗਰ ਉਹ ਆਪੀ ਵੀ ਮਿਕਸ ਕਰ ਲੈਂਦੇ ਨੇ ਉਹ ਵੀ ਤਰੀਕਾ ਕਾ ਠੀਕ ਹੈ। ਲੇਕਿਨ ਉਹਦੇ ਵਿੱਚ ਇਹ ਹੁੰਦਾ ਕਿ ਕੁਝ ਐਸੀਆਂ ਚੀਜ਼ਾਂ ਨੇ ਜਿਹੜੀਆਂ ਹਾਫ kg ਪੈਂਦੀਆਂ ਨੇ, 1 kg ਪੈਂਦੀਆਂ ਨੇ, ਲੇਕਿਨ ਉਹਨਾਂ ਨੂੰ ਮਿਕਸ ਬਿਲਕੁਲ ਫਿਰ ਉਹ ਸਾਰਾ ਇੱਕੋ ਜਿਹਾ ਕਰਨਗੇ ਤਾਂ ਉਹਦਾ ਫਾਇਦਾ ਹੋਣਾ ਹੈ। ਅੱਛਾ, ਜਿਹੜੇ ਦੋਸਤ ਇਸ ਇਲਾਕੇ ਦੇ ਨੇ ਉਹ ਤੁਹਾਡੇ ਕੋਲੋਂ ਫੀਡ ਖਰੀਦਣਾ ਚਾਹੁੰਦੇ ਹੋ, ਫੀਡ ਵੀ ਤੁਸੀਂ ਦੇ ਸਕਦੇ ਹੋ? ਬਈ ਆਲਰੇਡੀ ਲੋਕ ਖਰੀਦ ਰਹੇ ਨੇ, ਅੱਛਾ ਠੀਕ ਹੈ ਨਾ, ਲੈ ਕੇ ਜਾ ਰਹੇ ਨੇ। ਤੇ ਚਲੋ ਜੀ, ਫਿਰ ਤੇ ਮੈਂ ਤੁਹਾਡਾ ਪਲਾਂਟ ਵੀ ਦਿਖਾ ਦਿਆਂਗਾ ਤਾਂ ਕਿ ਤੁਹਾਡੇ ਕੋਲੋਂ ਇਹ ਕਮ ਸੇ ਕਮ ਇਸ ਇਲਾਕੇ ਦੇ ਲੋਕ ਤੇ ਤੁਹਾਡੇ ਕੋਲੋਂ ਖਰੀਦਣ ਫੀਡ। ਬਾਕੀ ਇਲਾਕਿਆਂ ਦੇ ਚਲੋ ਬਈ ਸਿਆਲਕੋਟ ਤੱਕ ਲੋਕ ਨੇ ਜਿਹੜੇ ਇੱਥੋਂ ਫੀਲ ਲੈ ਕੇ ਜਾ ਰਹੇ ਨੇ ਮੇਰੇ ਕੋਲ। ਚਲੋ ਜੀ, ਮਾਸ਼ਾਅੱਲਾ ਜੀ। ਇੱਕ ਫਾਇਦਾ ਹੋ ਗਿਆ ਚਲੋ ਗਜ਼ਨਫਰ ਭਾਈ ਕੋਲ ਆਉਣ ਦਾ ਕਿ ਫੀਡ ਜਿਹੜਾ ਨਾ ਤੁਹਾਨੂੰ ਇੱਥੋਂ ਹੀ ਮਿਲ ਸਕਦੀ ਹੈ, ਤੇ ਵੱਛੇ ਆਈਏ ਇਹ ਸੇਲ ਨਹੀਂ ਕਰਨਗੇ। ਹਾਂ, ਈਦ ਦੇ ਲਾਗੇ ਅਗਰ ਤੁਸੀਂ ਇਹਨਾਂ ਵੱਛਿਆਂ 'ਚ ਤੁਹਾਨੂੰ ਕੋਈ ਸ਼ੈ ਪਸੰਦ ਆ ਜਾਂਦੀ ਹੈ ਤੇ ਈਦ ਤੋਂ 1 ਮਹੀਨਾ ਪਹਿਲਾਂ ਇਹਨਾਂ ਨਾਲ ਰਾਬਤਾ ਕਰ ਲਿਓ। ਨੰਬਰ ਜਿਹੜਾ ਹੈ ਡਿਸਕ੍ਰਿਪਸ਼ਨ 'ਚ ਮੌਜੂਦ ਹੋਏਗਾ, ਤੇ ਰਾਬਤਾ ਕਰਕੇ ਤੁਸੀਂ ਇਹਨਾਂ ਕੋਲ ਵੱਛਾ ਖਰੀਦ ਸਕਦੇ ਹੋ। ਤੇ ਇੱਥੇ ਹੀ ਅਸੀਂ ਆਪਣੀ ਵੀਡੀਓ ਦਾ ਇਖਤਤਾਮ ਕਰਨੇ ਆ। ਉਮੀਦ ਹੈ ਕਿ ਤੁਹਾਨੂੰ ਵੀਡੀਓ ਪਸੰਦ ਆਈ ਹੋਵੇਗੀ। ਅਗਰ ਵੀਡੀਓ ਪਸੰਦ ਆਏ ਤੇ ਇਹਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਹੈ, ਚੈਨਲ ਨੂੰ ਸਬਸਕ੍ਰਾਈਬ ਕਰਨਾ ਹੈ ਤਾਂ ਕਿ ਅਗਲੀ ਮੱਝਾਂ ਵਾਲੀ ਵੀਡੀਓ ਵੀ ਤੁਹਾਡੇ ਤੱਕ ਪਹੁੰਚ ਸਕੇ। ਜਜ਼ਾਕੱਲਾ, ਅਸਲਾਮ ਵਾਲੇਕੁਮ।